ਲੜੀਵਾਰ ਕਥਾ ਮਹਾਰਾਜ ਜੀ ਦੀ ਪਾਵਨ ਆਪ ਜੀ ਸਰੂਪ ਦੀ ਸਰਵਣ ਕਰ ਰਹੇ ਹੋ। ਸੂਹੀ ਰਾਗ ਵਿੱਚ ਚੌਥੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਲਾਵਾਂ ਦੀ ਕਥਾ ਆਪਾਂ ਵਿਚਾਰ ਰਹੇ ਹਾਂ। 3 ਲਾਵਾਂ ਦੀ ਕਥਾ ਪਿੱਛੇ ਸੰਪੂਰਨ ਹੋਈ ਹੈ। ਚੌਥੀ ਲਾਮ ਦੁਆਰਾ ਮਹਾਰਾਜ ਜੀ ਸਾਨੂੰ ਉਪਦੇਸ਼ ਦੇ ਰਹੇ ਨੇ। ਸਰਵਣ ਕਰੀਏ। ਜਗਤ ਗੁਰੂ ਸੋਢੀ ਸੁਲਤਾਨ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਚੌਥੜੀ ਲਾਵ ਮਨ ਸਹਿਜ ਪਿਆ, ਹਰ ਪਾਇਆ ਬਲ ਰਾਮ ਜੀਓ। ਚੌਥੀ ਲਾਮ ਦੁਆਰਾ, ਚੌਥੇ ਫੇਰੇ ਦੁਆਰਾ, ਚੌਥੀ ਪਰਿਕਰਮਾ ਦੁਆਰਾ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਉਪਦੇਸ਼ ਦਿੰਦੇ ਨੇ। ਕਹਿੰਦੇ ਹੁਣ ਮਨ 'ਚ ਸਹਿਜ ਪੈਦਾ ਹੋ ਗਿਆ, ਮਨ ਸਹਿਜ ਪਿਆ। ਸਹਿਜ ਦਾ ਮਤਲਬ ਹੁੰਦਾ ਗਿਆਨ। ਹੁਣ ਮਨ 'ਚ ਗਿਆਨ ਉਪਜਾਇਆ। ਇਹ ਪੜਾਅ ਦਰ ਪੜਾਅ ਇੱਥੇ ਤੱਕ ਪਹੁੰਚਣ ਦਾ ਮਹਾਰਾਜ ਜੀ ਨੇ ਸਾਨੂੰ ਪਹਿਲੀ ਲਾਮ, ਦੂਜੀ ਲਾਮ 'ਚ, ਫਿਰ ਤੀਜੀ, ਚੌਥੀ ਵਿੱਚ ਇੱਥੇ ਆ ਕੇ ਪੂਰਨਤਾ ਨੂੰ ਪ੍ਰਾਪਤ ਹੋ ਗਏ। ਪਹਿਲੀ ਲਾਮ 'ਚ ਸਾਹਿਬ ਨੇ ਕਰਮਕਾਂਡ ਦੀ ਬਾਤ ਕਹੀ ਹੈ ਕਿ ਨਿਸ਼ਿੱਧ ਕਰਮਾਂ ਦਾ ਤਿਆਗ ਕਰਨਾ, ਵਿਹਿਤ ਕਰਮਾਂ 'ਚ ਪ੍ਰਵਿਰਤ ਹੋਣਾ, ਚੰਗੇ ਕਰਮਾਂ 'ਚ, ਮਾੜੇ ਕਰਮਾਂ ਨੂੰ ਤਿਆਗਣਾ। ਦੂਜੀ ਲਾਮ 'ਚ ਸਾਹਿਬ ਜੀ ਨੇ ਗੁਰਬਾਣੀ ਦੀ ਵਿਚਾਰ, ਤੱਤ ਦੀ ਵਿਚਾਰ, ਸੱਚ ਝੂਠ ਦੀ ਵਿਚਾਰ ਦਾ ਵਚਨ ਕਿਹਾ। ਵਿਚਾਰ ਕਰਦਿਆਂ ਕਰਦਿਆਂ ਫਿਰ ਹਿਰਦੇ 'ਚ ਵੈਰਾਗ ਪੈਦਾ ਹੋਇਆ ਤੇ ਤੀਜੀ ਲਾਮ 'ਚ ਸਾਹਿਬ ਨੇ ਵੈਰਾਗ ਦੀ ਗੱਲ ਕਹੀ ਹੈ। ਵੈਰਾਗ ਤੋਂ ਬਾਅਦ ਫਿਰ ਹਿਰਦੇ 'ਚ ਗਿਆਨ ਪੈਦਾ ਹੋਇਆ ਔਰ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋਈ ਹੈ। ਪਾਤਸ਼ਾਹ ਕਹਿੰਦੇ ਕਿ ਹੁਣ ਮੇਰੇ ਮਨ ਵਿੱਚ ਸਹਿਜ ਉਪਜ ਆਇਆ, ਗਿਆਨ ਉਪਜ ਆਇਆ ਔਰ ਉਸ ਗਿਆਨ ਦੇ ਚਾਨਣੇ ਵਿੱਚ ਮੈਂ ਆਪਣੇ ਹਰੀ ਪ੍ਰਭੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰ ਲਈ ਹੈ। ਹਰ ਪਾਇਆ, ਮੈਂ ਹਰੀ ਦੇ ਸਰੂਪ ਦੀ ਪ੍ਰਾਪਤੀ ਕਰ ਲਈ। ਜਦੋਂ ਗਿਆਨ ਹੋਇਆ ਤੇ ਹਰੀ ਦਾ ਸਰੂਪ ਸਾਹਮਣੇ ਆ ਗਿਆ, ਸਾਖਸ਼ਾਤਕਾਰ ਹੋ ਗਿਆ। ਜਿਵੇਂ ਇੱਕਦਮ ਹਨੇਰੇ ਕਮਰੇ 'ਚ ਲਾਈਟ ਜਗ ਜਾਏ, ਦੀਵਾ ਜਗ ਜਾਏ, ਬਲਬ ਜਗ ਜਾਏ, ਉੱਥੇ ਪਈਆਂ ਵਸਤੂਆਂ ਸਾਰੀਆਂ ਸਾਹਮਣੇ ਆ ਜਾਂਦੀਆਂ। ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਮਿਲ ਗਈਆਂ ਸਾਨੂੰ, ਉਹ ਤਾਂ ਪਹਿਲਾਂ ਹੀ ਉੱਥੇ ਸੀ, ਹਨੇਰੇ ਕਰਕੇ ਨਹੀਂ ਸੀ ਦਿਸਦੀਆਂ। ਤੋ ਜਿਸ ਵਕਤ ਹਿਰਦੇ 'ਚ ਗਿਆਨ ਉਪਜਿਆ ਤਾਂ ਉਸ ਗਿਆਨ ਦੇ ਉਪਜਦਿਆਂ ਸਾਰ ਹਰੀ ਦਾ ਸਰੂਪ ਸਾਖਸ਼ਾਤਕਾਰ ਹੋ ਗਿਆ। ਜਿਵੇਂ ਹੱਥ ਦੇ ਵਿੱਚ ਘੜੀ ਬੱਧੀ ਸੀ, ਲੱਭ ਤਾਂ ਬਾਹਰ ਰਹੇ ਸੀ, ਲੱਭੀ ਜਾਈਏ ਨਹੀਂ ਸੀ ਮਿਲਦੀ। ਕਿਸੇ ਦੱਸ ਦਿੱਤਾ ਉਹ ਤੇਰੇ ਹੱਥ ਤੇ ਹੈ, ਅਸੀਂ ਕਹਿੰਦੇ ਉਹ ਮਿਲ ਗਈ। ਜਦੋਂ ਗਿਆਨ ਹੋਇਆ ਵੀ ਹੱਥ ਤੇ ਹੈ ਤੇ ਸਾਹਮਣੇ ਨਜ਼ਰ ਆ ਗਈ। ਇਸੇ ਤਰ੍ਹਾਂ ਜਦੋਂ ਗਿਆਨ ਹੁੰਦਾ ਹੈ ਉਦੋਂ ਹਰੀ ਪ੍ਰਭੂ ਦਾ ਸਰੂਪ ਸਾਖਸ਼ਾਤਕਾਰ ਹੋ ਜਾਂਦਾ ਹੈ। ਔਰ ਇਸ ਤਰ੍ਹਾਂ ਸਾਖਸ਼ਾਤਕਾਰ ਹੁੰਦਾ ਹੈ ਕਿ ਜਿਵੇਂ ਤਲੀ ਦੇ ਉੱਤੇ ਕੋਈ ਔਲਾ ਰੱਖਿਆ ਹੋਇਆ ਸਾਹਮਣੇ ਦਿਸਦਾ ਨਾ, ਹਸਤਾ ਮਲਕ ਗਿਆਨ ਜੋ, ਏਦਾਂ ਬ੍ਰਹਮ ਦਾ ਸਰੂਪ ਸਾਖਸ਼ਾਤਕਾਰ ਹੋ ਜਾਂਦਾ। ਪਰ ਇਹ ਗਿਆਨ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਤੋ ਕਹਿੰਦੇ ਗੁਰੂ ਦੇ ਕੋਲੋਂ ਸਾਨੂੰ ਗਿਆਨ ਪ੍ਰਾਪਤ ਹੋਇਆ ਤੇ ਹਰੀ ਦੇ ਸਰੂਪ ਦੀ ਅਸੀਂ ਪ੍ਰਾਪਤੀ ਕੀਤੀ। ਮੈਂ ਉਸ ਰਾਮ ਤੋਂ ਬਲਿਹਾਰ ਜਾਵਾਂ। ਗੁਰਮੁਖ ਮਿਲਿਆ ਸੁਪਾਈ,
ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ। ਕਹਿੰਦੇ ਗੁਰੂ ਦੇ ਮੁਖ ਦੁਆਰਾ ਸੁਤੇ ਸਿੱਧ ਹੀ ਸਾਨੂੰ ਸੁਭਾਵਕ ਹੀ ਹਰੀ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੋਈ ਤੇ ਮੇਰੇ ਗੁਰੂ ਨੇ ਮੇਰੇ ਤੇ ਤਰਸ ਕਰਕੇ ਮੇਰੇ ਮਨ ਨੂੰ ਔਰ ਮੇਰੇ ਤਨ ਨੂੰ ਹਰੀ ਦਾ ਅੰਮ੍ਰਿਤ ਨਾਮ ਮਿੱਠਾ ਇਹ ਭਗਤ ਗੁਰਮਤਿ ਦਾ ਜਿਹੜਾ ਗਿਆਨ ਹੈ ਨਾ, ਉਹ ਰੱਬ ਦੀ ਪ੍ਰਾਪਤੀ ਕਰਨ ਤੋਂ ਬਾਅਦ ਵੀ ਰੱਬ ਦਾ ਨਾਮ ਜਪਣ ਦੀ ਪ੍ਰੇਰਨਾ ਕਰਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਗੁਰਮਤਿ ਦੇ ਸਿਧਾਂਤ ਦਾ ਨਵੇਕਲਾਪਨ ਹੈ, ਨਿਰਾਲਾਪਨ ਹੈ। ਆਮ ਕਰਕੇ ਬਹੁਤ ਸਾਰੇ ਮਤਾਂ ਵਾਲੇ ਕਹਿੰਦੇ ਜਦੋਂ ਰੱਬ ਮਿਲ ਗਿਆ ਫਿਰ ਬਾਅਦ ਵਿੱਚ ਕੁਝ ਕਰਨ ਦੀ ਲੋੜ ਨਹੀਂ, ਨਾ ਨਾਮ ਜਪਣ ਦੀ ਲੋੜ। ਪਰ ਗੁਰਮਤਿ ਕਹਿੰਦੀ ਹੈ ਜਦੋਂ ਹਰੀ ਪ੍ਰਭੂ ਮਿਲ ਗਿਆ ਉਹਨੂੰ ਪ੍ਰਾਪਤ ਕਰਨ ਤੋਂ ਬਾਅਦ ਵੀ ਉਹਦੇ ਨਾਮ ਦੀ ਸਾਧਨਾ ਕਰਨੀ, ਉਹਦੇ ਨਾਮ ਨੂੰ ਜਪਣਾ। ਹਾਲਾਂਕਿ ਲੋੜ ਤਾਂ ਨਹੀਂ ਰਹਿ ਗਈ ਉਹਨੂੰ ਜਪਣ ਦੀ, ਪਰ ਉਹ ਫਿਰ ਵੀ ਜਪਦਾ, ਰਸ ਲੈਂਦਾ, ਆਨੰਦ ਲੈਂਦਾ। ਤੋ ਹਰੀ ਦਾ ਨਾਮ ਹੀ ਮੇਰੇ ਮਨ ਤੇ ਤਨ ਨੂੰ ਹਰੀ ਨੇ ਮਿੱਠਾ ਲਾਇਆ ਹੈ। ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਆਨ ਦਿਨ ਹਰ ਲਿਵ ਲਾਏ। ਹਰੀ ਦਾ ਅੰਮ੍ਰਿਤ ਨਾਮ ਮੇਰੇ ਮਨ ਨੂੰ ਮਿੱਠਾ ਲੱਗਾ ਹੈ, ਮੇਰੇ ਪ੍ਰਭ ਭਾਇਆ। ਇਹੀ ਮੇਰੇ ਪ੍ਰਭੂ ਨੂੰ ਭਾਉਂਦਾ ਕਿ ਉਹਦਾ ਅੰਮ੍ਰਿਤ ਨਾਮ ਸਾਡੇ ਮਨ ਨੂੰ ਪਿਆਰਾ ਲੱਗੇ ਤੇ ਉਸ ਅੰਮ੍ਰਿਤ ਨਾਮ ਦੇ ਅਸੀਂ ਰਸੀਏ ਹੋ ਕੇ ਉਸ ਨਾਮ ਦੀ ਸਾਧਨਾ ਕਰੀਏ। ਹਰੀ ਨੂੰ ਇਹੀ ਭਾਉਂਦਾ, ਮੇਰੇ ਪ੍ਰਭੂ ਨੂੰ ਇਹੀ ਭਾਉਂਦਾ। ਇਸੇ ਕਰਕੇ ਅਨ ਦਿਨ ਹਰ ਲਿਵ ਲਾਈ। ਜਿਹੜੇ ਗੁਰਮੁਖ ਨੇ ਉਹ ਰਾਤ ਦਿਨ ਅਠੇ ਪੈਰ ਨਿਰੰਤਰ ਇੱਕ ਰਸ ਪਰਮੇਸ਼ਰ ਦੇ ਅੰਮ੍ਰਿਤ ਨਾਮ ਨਾਲ ਆਪਣੀ ਲਿਵ ਲਾ ਕੇ ਰੱਖਦੇ। ਰਾਤ ਦਿਨ ਅਠੇ ਪੈਰ ਨਿਰੰਕਾਰ ਦੇ ਨਾਮ ਦੀ ਸਾਧਨਾ ਕਰਦੇ ਆ, ਨਾਮ ਦੀ ਕਮਾਈ ਕਰਦੇ ਆ। ਔਰ ਇਹੀ ਉਹਨਾਂ ਦੇ ਜੀਵਨ ਦਾ ਆਧਾਰ ਹੈ। ਭਾਵੇਂ ਕਿ ਉਹਨਾਂ ਨੇ ਹਰੀ ਨੂੰ ਸਾਖਸ਼ਾਤਕਾਰ ਕਰ ਲਿਆ, ਪਰ ਉਹ ਫਿਰ ਵੀ ਸੰਕਲਪ ਮਾਤਰ ਕਰਕੇ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਦੇ ਆ ਰਾਤ ਦਿਨ। ਉਹਦਾ ਇੱਕ ਮੂਲ ਕਾਰਨ ਇਹ ਵੀ ਹੁੰਦਾ ਕਿ ਸਾਡੇ ਵਰਗੇ ਜੀਆਂ ਨੇ ਉਹਨਾਂ ਕੋਲੋਂ ਪ੍ਰੇਰਨਾ ਲੈਣੀ ਹੈ। ਉਹ ਜਪਦਿਆਂ ਨੂੰ ਉਹਨਾਂ ਨੂੰ ਵੇਖਾਂਗੇ ਜਦੋਂ ਗੁਰੂ ਪਾਤਸ਼ਾਹ ਨੂੰ ਅੰਮ੍ਰਿਤ ਵੇਲੇ ਉੱਠ ਕੇ ਕੋਈ ਨਾ ਬਾਣੀ ਪੜ੍ਹਨ ਦੀ ਲੋੜ ਹੈ, ਨਾ ਸਿਮਰਨ ਸਾਧਨਾ ਦੀ ਲੋੜ ਹੈ, ਉਹ ਕਰਦੇ ਰਹੇ ਨੇ। ਤਾਂ ਉਹਦਾ ਕਾਰਨ ਸੀ ਕਿ ਗੁਰੂ ਕੇ ਸਿੱਖ ਗੁਰੂ ਦੇ ਦਰਸ਼ਨ ਕਰਨ ਔਰ ਗੁਰੂ ਪਾਸੋਂ ਪ੍ਰੇਰਨਾ ਲੈ ਕੇ ਉਸ ਪਾਸੇ ਚੱਲਣ। ਇਸ ਕਰਕੇ ਕਹਿੰਦੇ ਮੇਰੇ ਪ੍ਰਭੂ ਦਾ ਨਾਮ ਮੇਰੇ ਮਨ ਨੂੰ ਮਿੱਠਾ ਲੱਗਾ ਔਰ ਇਹੀ ਮੇਰੇ ਪ੍ਰਭੂ ਨੂੰ ਭਾਉਂਦਾ। ਔਰ ਹਰੀ ਦਾ ਅੰਮ੍ਰਿਤ ਨਾਮ ਰਾਤ ਦਿਨ ਅਠੇ ਪੈਰ ਮੈਂ ਉਹਦੇ ਨਾਲ ਲਿਵ ਲਾਈ ਹੈ। ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਬੱਜੀ ਵਾਧਾਈ। ਹਰੀ ਦੇ ਅੰਮ੍ਰਿਤ ਨਾਮ ਨਾਲ ਮੇਰੇ ਹਿਰਦੇ 'ਚ ਵਧਾਈ ਵੱਜੀ, ਵਧਾਈਆਂ ਖੇੜੇ। ਤੇ ਫਿਰ ਕਹਿੰਦੇ ਮਨ ਦੇ ਵਿੱਚ ਮੈਂ ਜੋ ਚਿਤਵਿਆ ਸੀ ਉਹ ਫਲ ਮੈਨੂੰ ਪ੍ਰਾਪਤ ਹੋ ਗਿਆ। ਮੈਂ ਚਿਤਵਿਆ ਸੀ ਕਿ ਮੈਨੂੰ ਆਤਮ ਗਿਆਨ ਦੀ ਪ੍ਰਾਪਤੀ ਹੋ ਜਾਏ। ਮੈਂ ਹਿਰਦੇ 'ਚ ਜਗਿਆਸਾ ਕੀਤੀ ਸੀ ਕਿ ਮੈਨੂੰ ਬ੍ਰਹਮ ਦਾ ਸਰੂਪ ਸਾਖਸ਼ਾਤਕਾਰ ਹੋ ਜਾਏ। ਕਹਿੰਦੇ ਮੈਨੂੰ ਉਹ ਫਲ ਪ੍ਰਾਪਤ ਹੋ ਗਿਆ। ਮਨ ਚਿੰਦਿਆ ਫਲ, ਇੱਥੇ ਫਲ ਦੇ ਲਾ ਅੱਖਰ ਨੂੰ ਔਂਕੜ ਲੱਗੀ ਹੈ ਨਾ, ਤਾਂ ਇਹਦਾ ਮਤਲਬ ਹੈ ਵੀ ਇੱਕ ਫਲ ਦੀ ਗੱਲ ਹੋ ਰਹੀ। ਇਸੇ ਇੱਕ ਫਲ 'ਚ ਸਾਰੇ ਫਲ ਆ ਜਾਂਦੇ ਆ। ਔਰ ਇਹ ਫਲ ਹੈ ਆਤਮ ਗਿਆਨ, ਬ੍ਰਹਮ ਗਿਆਨ ਦਾ ਫਲ। ਮੇਰੇ ਮਨ 'ਚ ਚਿਤਵਨੀ ਸੀ ਕਿ ਮੈਨੂੰ ਬ੍ਰਹਮ ਦਾ ਸਰੂਪ ਸਾਖਸ਼ਾਤਕਾਰ ਹੋਵੇ। ਜਗਿਆਸੂ ਉਸੇ ਨੂੰ ਕਹਿੰਦੇ ਆ ਨਾ ਜਿਹਦੇ ਅੰਦਰ ਆਸ ਹੋਵੇ। ਤੋ ਵਾਹਿਗੁਰੂ ਪਰਮੇਸ਼ਰ ਦੇ ਨਾਮ ਅੰਮ੍ਰਿਤ ਦੁਆਰਾ ਮੈਨੂੰ ਬ੍ਰਹਮ ਗਿਆਨ ਦਾ ਸਾਖਸ਼ਾਤਕਾਰ ਹੋਇਆ। ਮੈਨੂੰ ਮਨ ਚਿੰਦੇ ਫਲਾਂ ਦੀ ਪ੍ਰਾਪਤੀ ਹੋ ਗਈ। ਜਦੋਂ ਹਰੀ ਦਾ ਸਰੂਪ ਸਾਖਸ਼ਾਤਕਾਰ ਹੋਇਆ
ਤਾਂ ਫਿਰ ਮੇਰੇ ਮਨ 'ਚ ਵਧਾਈਆਂ ਵੱਜੀਆਂ। ਹਾਂਜੀ, ਹਰ ਪ੍ਰਭ ਠਾਕੁਰ ਕਾਜ ਰਚਾਇਆ, ਧਨ ਹਿਰਦੈ ਨਾਮ ਵਿਗਾਸੀ। ਹਰੀ ਪ੍ਰਭੂ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਠਾਕੁਰ ਨੇ ਕਾਜ ਰਚਾਇਆ। ਇਹ ਜਿਹੜਾ ਕਾਰਜ ਹੈ ਇਹ ਪਰਮੇਸ਼ਰ ਨੇ ਕੀਤਾ, ਅਕਾਲ ਪੁਰਖ ਨੇ। ਇਸ ਜੀਵ ਦਾ ਉਸ ਈਸ਼ਵਰ ਨਾਲ ਜਿਹੜਾ ਅਭੇਦਪੁਣਾ ਹੋਇਆ ਨਾ, ਬ੍ਰਹਮ ਦੇ ਵਿੱਚ ਅਭੇਦਤਾ ਹੋਈ ਆ, ਅਕਾਲ ਪੁਰਖ ਵਿੱਚ ਅਭੇਦਤਾ ਹੋਈ ਹੈ, ਤਾਂ ਇਹ ਕਾਰਜ ਹਰੀ ਪ੍ਰਭੂ ਨੇ ਆਪ ਕੀਤਾ। ਧਨ ਹਿਰਦੈ ਨਾਮ ਵਿਗਾਸੀ। ਧਨ ਕਹਿੰਦੇ ਨੇ ਇਸਤਰੀ ਨੂੰ। ਜੀਵ ਰੂਪੀ ਇਸਤਰੀ ਦੇ ਹਿਰਦੇ ਵਿੱਚ ਨਿਰੰਕਾਰ ਦੇ ਅੰਮ੍ਰਿਤ ਨਾਮ ਦੁਆਰਾ ਵਿਗਾਸੀ ਕਹੀਏ ਖੇੜਾ ਪੈਦਾ ਹੋਇਆ। ਨਿਰੰਕਾਰ ਦੇ ਨਾਮ ਦੁਆਰਾ ਵਿਗਾਸ ਪੈਦਾ ਹੋਇਆ। ਨਾਨਕ ਭਗਤਾ ਸਦਾ ਵਿਗਾਸ ਵਾਲੀ ਅਵਸਥਾ ਪ੍ਰਾਪਤ ਹੋਈ। ਜਦੋਂ ਉਹ ਵਿਗਾਸ ਪ੍ਰਾਪਤ ਹੋਇਆ ਤੇ ਮਹਾਰਾਜ ਤੀਸਰੇ ਪਾਤਸ਼ਾਹ ਕਹਿੰਦੇ ਐ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉੱਥੇ ਪਾਤਸ਼ਾਹ ਜਾ ਕੇ ਕਹਿੰਦੇ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਉੱਥੇ ਜਾ ਕੇ ਗੁਰਦੇਵ ਕਹਿੰਦੇ ਮਨ ਵਜੀਆਂ ਵਧਾਈਆਂ। ਇਹ ਖੇੜਾ ਪ੍ਰਾਪਤ ਹੋਇਆ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੁਆਰਾ। ਹਾਂਜੀ, ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਿਨਾਸੀ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ ਆ, ਚੌਥੀ ਲਾਮ ਦੁਆਰਾ ਉਪਦੇਸ਼ ਦਿੰਦੇ ਆ ਕਿ ਹੁਣ ਸਾਨੂੰ ਅਬਨਾਸੀ ਪ੍ਰਭੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋ ਗਈ। ਇੱਥੇ ਪਹੁੰਚ ਕੇ ਫਿਰ ਕੁਝ ਕਰਨ ਨੂੰ ਪਿੱਛੇ ਬਾਕੀ ਨਹੀਂ ਰਹਿ ਜਾਂਦਾ, ਜਿਸ ਨੂੰ ਕਰਨ ਲਈ ਫਿਰ ਮੁੜ ਕੇ ਜੰਮਣਾ ਪਵੇ। ਅਬਨਾਸੀ ਹਰੀ ਪ੍ਰਭੂ ਦੇ ਸਰੂਪ ਦੀ ਪ੍ਰਾਪਤੀ ਕਰ ਲਈ। ਇਹ ਪੰਕਤੀਆਂ ਖੀਰਲੀਆਂ ਇੱਕ ਵਾਰ ਫੇਰ ਦੁਬਾਰਾ ਪੜ੍ਹੀਏ ਤੇ ਸਮਾਪਤੀ ਕਰੀਏ ਜੀ। ਹਰ ਪ੍ਰਭ ਠਾਕੁਰ ਕਾਜ ਰਚਾਇਆ, ਧਨ ਹਿਰਦੈ ਨਾਮ ਵਿਗਾਸੀ। ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਨਾਸੀ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਮਿਲਾਪ ਉਸ ਪਤੀ ਪਰਮੇਸ਼ਰ ਦੇ ਸਰੂਪ ਵਿੱਚ ਹੋ ਜਾਵੇ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਦੀ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਕੀ ਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਡਾ ਗਾਵਿਆ ਸੁਣਿਆ ਸਾਹਿਬ ਦੀ ਥਾਂ ਪਾਵਨ। ਸਾਧ ਸੰਗਤ ਜੀ ਬੇਨਤੀ ਹੈ ਕਿ 25 ਤਰੀਕ ਨੂੰ ਜਗਤ ਗੁਰੂ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਹੈ, ਜੋ ਹਰ ਸਾਲ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸਮੁੱਚੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 25 ਤਰੀਕ ਨੂੰ ਸੰਗਤਾਂ ਆਪਣੇ ਘਰਾਂ ਚੋਂ ਮਿੱਸੇ ਪ੍ਰਸ਼ਾਦੇ ਬਣਾ ਕੇ ਨਾਲ ਪਿਆਜ਼, ਅਚਾਰ, ਦਹੀਂ, ਲੱਸੀ ਆਦਿਕ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਨੂੰ ਮਾਤਾ ਜੀ ਨੇ ਇਹੀ ਪਕਵਾਨ ਛਕਾਏ ਸਨ। ਉਸੇ ਸਿਮਰਤੀ ਨੂੰ ਹਿਰਦੇ 'ਚ ਰੱਖਦਿਆਂ ਹਰ ਸਾਲ ਸੰਗਤਾਂ ਮਿੱਸੇ ਪ੍ਰਸ਼ਾਦੇ ਬਣਾ ਕੇ ਘਰ ਵਿੱਚੋਂ ਲਿਆ ਕੇ ਗੁਰੂ ਕੇ ਲੰਗਰਾਂ ਵਿੱਚ ਭੇਟ ਕਰਦੇ ਆ। ਤੇ ਜਿੱਥੇ ਆਪ ਜੀ ਨੇ ਮਿੱਸੇ ਪ੍ਰਸ਼ਾਦੇ ਪਕਾ ਕੇ ਗੁਰੂ ਕੇ ਲੰਗਰਾਂ ਵਿੱਚ ਲੱਸੀ, ਦਹੀਂ, ਅਚਾਰ ਆਦਿਕ ਭੇਟ ਕਰਨਾ, ਉੱਥੇ ਨਾਲ ਛਕਣ ਦੀ ਵੀ ਸੇਵਾ ਕਰਨੀ ਹੈ, ਛਕਾਉਣ ਦੀ ਵੀ ਕਰਨੀ ਹੈ ਤੇ ਛਕਣ ਦੀ ਵੀ ਕਰਨੀ ਹੈ। ਉਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 25 ਤਰੀਕ ਨੂੰ ਆਪ ਜੀ ਨੇ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਨਿਭਾਉਣੀਆਂ ਔਰ 6ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣੀਆਂ। 25 ਤਰੀਕ ਨੂੰ ਨਗਰ ਕੀਰਤਨ ਵੀ ਹਨ।
ਨਗਰ ਕੀਰਤਨਾਂ ਵਿੱਚ ਵੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਹਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।